जी आए जी मॉर्निंग विद रमजान साहब, हंसते रहो हंसते रहो। पता ही नहीं चला, एकदम ब्रेक से वापस आ गए। अभी मैं शीशा ही देख रही थी। अच्छा, और मैं पता क्यों हंस रहा सा, बहुत हसांदे ने अल्लाह दी कसम। कैमरा ऑन होंदा है ना तो जुगत पानी खत्म हो जाती है, कैमरा बंद होंदा है ना तुसी ब्रेक ते जांदे हो, तो बहुत हसांदे ने मैनू जी हसा रहे सा। अच्छा, मुझे तो हंसी आ जाती है, ये सिर्फ देखती है ना। हाँ। तो इनकी लुक में एक वो सारी बात होती है, एक अलग सा चेजा होता है। चेजा। मेरी भाभी भी है ना, इसलिए मैं जरा देखती हूँ इस तरह, जरा मजाक तो करती है ना। अच्छा जी, दयाल साहब हमारे साथ। अस्सलाम वालेकुम। नियाज अहमद दयाल साहब, ना तो नहीं लगता कि नियाज अहमद ते हो गए म्यूजिक डायरेक्टर साहब। अच्छा, ते डयाल हाउस ते उधर बने हैं, उधर नहर उधर। हाँ जी, साढ़े डयाल फैमिली मेडिकल फार्मिस्ट हैं ये, और बहुत अच्छा सब्जियों और फलों के बारे में बताते हैं, उनकी ग़िज़ाइयत के बारे में, और फिंगर अपना हैंड प्रिंट्स लेके सब्जियों और फलों के बारे में। जी जी मंडी च हुंदे ने बेसिकली जी ਜਿਹੜੀ ਚੀਜ਼ ਵੀ ਆਣੀ ਮੰਡੀ ਹੋ ਕੇ ਆਂਦੀ ਮੰਡੀ ਹੋ ਕੇ ਆਂਦੀ ਹੈ। ਤੁਸੀਂ ਮੰਡੀ ਨਾਲ ਬੜੇ ਮਜ਼ੇਦਾਰ ਬੰਦੇ ਨੇ। ਔਰ ਦੇਖੋ ਜੀ, मैं ਤੁਹਾਨੂੰ ਦੱਸਿਆ ਕਿ ਇਹ बहुत शरारती ने। मेरा तुसी ना गुस्सा नहीं करना। नहीं जी नहीं, कद नहीं गुस्सा करना। हाँ, क्योंकि जिंदगी हंसी मजाक है बस। बिल्कुल सही जी। दयाल साहब, सारा नसीब नाल अज तक ਤੁਹਾਨੂੰ ਬਿਠਾ ਦਿੱਤਾ, ਦੇਖ ਲਓ। ਔਰ ਤੁਸੀਂ ਪਹਿਲੇ ਹੋ ਕੇ ਚਲੇ ਜਾਂਦੇ ਹੋ, ਅੱਜ ਅਸੀਂ ਕਿਹਾ ਕਿ ਇਹਨਾਂ ਨੂੰ ਇਕੱਠੇ ਬਿਠਾਈਏ, ਜ਼ਰਾ ਗੱਲਬਾਤ ਕਰੀਏ। अच्छा जी, शुक्रिया जी, ਵੱਡੇ ਲੋਕ ਨੇ। नहीं नहीं जी, लोग नहीं। अच्छा, अपना ਇਹ ਆਂਦੇ ਨੇ ਜੀ ਰੋਜ਼ ਇੱਕ ਫਲ ਜਾਂ ਸਬਜ਼ੀ ਦੇ ਬਾਰੇ ਦੱਸਦੇ ਨੇ, ਉਹਦੇ ਫਾਇਦੇ ਔਰ ਇਸਤੇਮਾਲ ਕਰਨ ਦਾ ਬਿਹਤਰੀਨ ਤਰੀਕਾ। ਅੱਜ ਕੀ ਕਹੋਗੇ ਜੀ? ਅੱਜ ਅਸੀਂ ਜੀ ਜੋੜਾਂ ਦੇ ਮੌਜੂਦ ਤੇ ਗੱਲ ਕਰਾਂਗੇ। ਜੋੜਾਂ ਦਾ ਦਰਦ ਜਿਹੜਾ ਹੁੰਦਾ ਜੀ ਜੀ, ਕੁਝ ਨਾਜ਼ਰੀਨ ਦੀ ਤਰਫੋਂ ਇਹ ਕਿਹਾ ਗਿਆ अच्छा ਕਿ ਅਸੀਂ ਦੂਸਰੀਆਂ ਚੀਜ਼ਾਂ ਤੇ ਦੂਸਰੀਆਂ ਬਿਮਾਰੀਆਂ ਤੇ ਬੋਲ ਰਹੇ ਹਾਂ, ਤਾਂ ਅੱਜ ਅਸੀਂ ਜੋੜਾਂ ਦਾ ਦਰਦ ਜਿਹੜਾ ਕਿ ਅੱਜ ਕੱਲ ਬਹੁਤ ਜ਼ਿਆਦਾ ਪਾਇਆ ਬਹੁਤ ਜਾਂਦਾ ਜ਼ਿਆਦਾ। ਪਹਿਲੇ ਤੇ ਬਜ਼ੁਰਗਾਂ ਦੇ ਚ ਹੁੰਦਾ ਸੀ, ਹੁਣ ਤੇ ਜਵਾਨਾਂ ਵਿੱਚ ਵੀ ਔਰ ਬੱਚਿਆਂ 'ਚ ਵੀ ਹੈ। ਕਿ ਹੁਣ ਤੇ ਤੁਸੀਂ ਦੇਖੋ ਕਿ 17-18 ਸਾਲਾਂ ਦੇ ਨੌਜਵਾਨ ਬੱਚੇ ਔਰ ਬੱਚੀਆਂ ਜਿਹੜੀਆਂ ਨੇ ਉਹ ਵੀ ਇਸ ਮਸਾਇਲ ਦੇ ਵਿੱਚ ਬਹੁਤ, ਇਹਨਾਂ ਮਸਾਇਲ ਦੇ ਵਿੱਚ ਬੜੇ ਘਿਰੇ ਨਜ਼ਰ ਆਉਂਦੇ। ਪਹਿਲੇ ਅੱਜ ਦੱਸੋ ਕਿ ਇਹਦੀ ਵਜੂਹਾਤ ਕੀ ਨੇ। ਸਭ ਤੋਂ ਪਹਿਲਾਂ ਤੇ ਅਸੀਂ ਦੱਸਾਂਗੇ ਕਿ ਜੋੜਾਂ ਦਾ ਦਰਦ ਉਹਦੀਆਂ ਕਈ ਕਿਸਮਾਂ ਨੇ ਜੀ, ਜਿਹਦੇ 'ਚੋਂ ਅਥਰਾਈਟਸ, ਜਿਹਨੂੰ ਅਸੀਂ ਵਜਲ ਮੁਫਾਸਲ, ਇਹ ਬੜੇ ਜੋੜਾਂ ਦਾ ਦਰਦ ਹੁੰਦਾ ਹੈ। ਜਿਸ ਤਰ੍ਹਾਂ ਗੋਡਾ ਹੋ ਗਿਆ, ਗਿੱਟਾ ਹੋ ਗਿਆ, ਕੁੱਲਾ ਹੋ ਗਿਆ। ਨਕਰਸ ਜਿਹੜਾ ਹੁੰਦਾ ਹੈ ਉਹਨੂੰ ਇੰਗਲਿਸ਼ ਗੋਟ ਵੀ ਕਿਹਾ ਜਾਂਦਾ ਹੈ। ਇਹ ਛੋਟੇ ਜੋੜਾਂ ਦਾ ਦਰਦ ਹੁੰਦਾ ਹੈ। ਉਂਗਲੀਆਂ ਦੇ ਤੇ ਛੋਟੇ ਜੋੜਾਂ ਦਾ ਦਰਦ ਹੁੰਦਾ। ਅੱਛਾ, ਇਹਦੇ 'ਚ ਇੱਕ ਅਜੀਬ ਗੱਲ ਇਹ ਵੇ ਕਿ ਅਥਰਾਈਟਿਸ ਜਿਹੜਾ ਹੈ ਇਹ ਜ਼ਿਆਦਾ ਖਵਾਤੀਨ ਦਾ ਮਰਜ਼ ਹੁੰਦਾ ਤੇ ਗਾਊਟ ਜਿਹੜਾ ਹੈ ਜ਼ਿਆਦਾ ਮਰਦਾਂ 'ਚ ਪਾਇਆ ਜਾਂਦਾ ਹੈ। अच्छा, ਵਾਹ ਜੀ ਵਾਹ। मैं कता कलामी माफ जी, चाह का नुकसान तो नहीं है कोई? ਜਿਹੜੀ ਚੀਜ਼ ਪਸੰਦ ਹੋਵੇ ਨਾ ਜੀ ਉਹ ਖਾ ਪੀ ਲੈਣੀ ਚਾਹੀਦੀ ਹੈ। ਜਿਹੜੀ ਚੀਜ਼ ਪਸੰਦ ਹੋਵੇ देख लो। खा पी लेनी चाहिए की मतलब मतलब है कि खाने वाली खा लेनी चाहिए और पीने वाली पी लेनी चाहिए। और जो पीने वाली है, हां पीने वाली है। नहीं मैं वैसे पूछ रही हूं, एक हिकमत दे ਇਹਦੇ ਨਾਲ ਕੁਝ ਖਾਇਆ ਵੀ ਜਾ ਸਕਦਾ। नहीं वो मेरा दिल नहीं कर रहा, मगर हिकमत दे हिसाब नाल ਇਹਦੇ ਚ ਬੇਸਿਕਲੀ ਜੀ ਕੈਫੀਨ ਔਰ ਨਿਕੋਟੀਨ ਵਗੈਰਾ ਜ਼ਿਆਦਾ ਪਾਈ ਜਾਂਦੀ। ਨਿਕੋਟੀਨ ਜਿਹੜੀ ਹੁੰਦੀ ਹੈ ਨਾ, ਤੇ ਇਹ ਦਿਨ ਚ 2-3 ਕੱਪ ਤੇ ਪੀਤੇ ਜਾ ਸਕਦੇ ਨੇ ਜਿਹੜੇ ਲੋਕ ਜ਼ਿਆਦਾ ਅਸਾਬੀ ਕੰਮ ਕਰਦੇ ਨੇ, ਦਿਮਾਗੀ ਕੰਮ ਕਰਦੇ ਨੇ। ਲੇਕਿਨ ਜਿਹੜੇ ਲੋਕ ਕੰਮ ਨਹੀਂ ਕਰਦੇ ਉਹਨਾਂ ਵਾਸਤੇ ਨੁਕਸਾਨ ਹੁੰਦਾ। कॉफी कॉफी अच्छा ਤੁਸੀਂ ਸਾਡੇ हमारा मौजू है, ਬਤਾ ਰਹੇ ਹੋ ਤੁਸੀਂ। ਟਾਈਮ ਬੜਾ ਥੋੜਾ ਹੁੰਦਾ ਜੀ ਜੀ। ਅੱਛਾ ਜੀ, ਜੋੜਾਂ ਦਾ ਦਰਦ ਜਿਹੜਾ ਇਹਦੀ ਵਜ੍ਹਾ ਜਿਹੜੀ ਸਭ ਤੋਂ ਜ਼ਿਆਦਾ ਵਜ੍ਹਾ ਤੇ ਯੂਰਿਕ ਐਸਿਡ ਹੈ। यूरिक एसिड ਯੂਰਿਕ ਐਸਿਡ ਘਟਣਾ ਜਾਂ ਵਧਣਾ? ਯੂਰਿਕ ਐਸਿਡ ਦਾ ਜ਼ਿਆਦਾ ਹੋ ਜਾਣਾ। ਯੂਰਿਕ ਐਸਿਡ ਜਦੋਂ ਵੱਧ ਜਾਂਦਾ। ਲੇਕਿਨ ਅਸੀਂ ਦੇਖਦੇ ਹਾਂ ਕਿ ਯੂਰਿਕ ਐਸਿਡ ਜ਼ਿਆਦਾ ਕਿਉਂ ਹੁੰਦਾ ਹੈ। ਉਹਦੀ ਵਜ੍ਹਾ ਬਣਦੀ ਜੇ ਮੈਦੇ ਦੀ ਖਰਾਬੀ। ਅੱਛਾ, ਕਿਉਂਕਿ ਮੈਦੇ ਦੇ ਅੰਦਰ ਉਹ ਐਂਜ਼ਾਈਮ ਜਿਹੜੇ ਗ਼ਜ਼ਾ ਨੂੰ ਹਜ਼ਮ ਕਰਕੇ ਜਿਸਮ ਦੇ तमाम ਹਿੱਸੇ ਤੱਕ ਪਹੁੰਚਾਉਂਦੇ ਨੇ। ਠੀਕ ਹੈ ਜੀ, ਜਦੋਂ ਮੈਦਾ ਗ਼ਜ਼ਾ ਨੂੰ ਸਹੀ ਤਰੀਕੇ ਹਜ਼ਮ ਨਹੀਂ ਕਰੇਗਾ, ਗ਼ਜ਼ਾਈ ਅਜਜ਼ਾ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਡਾਈਜੈਸਟ ਹੋ ਕੇ ਜਿਸਮ ਦਾ ਹਿੱਸਾ ਨਹੀਂ ਬਣਨਗੇ, ਤੇ ਫਿਰ ਉਹਦੇ ਅੰਦਰ ਯੂਰਿਕ ਐਸਿਡ ਜਿਹੜਾ ਹੁੰਦਾ ਹੈ, ਕਿਉਂਕਿ ਗੁਰਦੇ ਜਿਹੜੇ ਨੇ ਪੂਰੇ ਜਿਸਮ ਦੀਆਂ ਛੱਲੀਆਂ ਨੇ, ਜਿਹੜੇ ਵੀ ਨੁਕਸਾਨਦੇਹ ਮਾਦੇ ਨੇ ਉਹਨਾਂ ਨੂੰ ਗੁਰਦੇ ਫਿਲਟਰ ਕਰਕੇ ਪਿਸ਼ਾਬ ਦੇ ਰਸਤੇ ਬਾਹਰ ਕੱਢ ਛੱਡਦੇ ਨੇ। ਠੀਕ। ਜਦੋਂ ਮੈਦਾ ਗ਼ਜ਼ਾ ਹਜ਼ਮ ਨਹੀਂ ਕਰਦਾ, ਯੂਰੀਆ ਜ਼ਿਆਦਾ ਬਣਨਾ ਸ਼ੁਰੂ ਹੋ ਜਾਂਦਾ ਹੈ, ਤੇ ਯੂਰੀਆ ਜਿਹੜਾ ਹੁੰਦਾ ਹੈ ਉਹਦੀ ਜ਼ਿਆਦਾ ਮਿਕਦਾਰ ਜਿਹੜੀ ਹੈ ਉਹ ਯੂਰਿਕ ਐਸਿਡ ਦੇ ਕ੍ਰਿਸਟਲ ਬਣ ਕੇ ਜੋੜਾਂ ਦੇ ਵਿੱਚ ਜੰਮਣਾ ਸ਼ੁਰੂ ਹੋ ਜਾਂਦੇ ਨੇ। ਠੀਕ ਹੈ ਜੀ। ਅੱਛਾ, ਇਹਦੇ ਨਾਲ ਨਾਲ ਜਿਹੜੀਆਂ ਹੋਰ ਖਵਾਤੀਨ ਦੇ ਵਿੱਚ ਵਜੂਹਾਤ ਨੇ। ਖਵਾਤੀਨ ਦਾ ਇੱਕ ਸਨੇ ਯਾਸ ਦਾ ਜ਼ਮਾਨਾ ਹੁੰਦਾ ਕਿ ਜਿਹੜਾ ਕਿ ਅੱਜ ਕੱਲ੍ਹ 35-40 ਸਾਲ ਤੋਂ ਬਾਅਦ ਮੰਥਲੀ ਸਾਈਕਲ ਜਿਹੜਾ ਖਵਾਤੀਨ ਦਾ ਬੰਦ ਹੋ ਜਾਂਦਾ ਜੀ। ਉਹਦੀ ਵਜ੍ਹਾ ਨਾਲ ਵੀ ਸਾਡੇ ਜਿਹੜੇ ਮਤਲਬ ਦੇ ਵਿੱਚ ਜ਼ਿਆਦਾ ਮੁਸ਼ਾਹਦਾ ਜਿਹੜਾ ਤਜਰਬਾ ਹੈ ਕਿ ਜ਼ਿਆਦਾਤਰ ਖਵਾਤੀਨ ਦੇ ਜਿਹੜੇ ਮਾਮਲਾਤ ਨੇ ਉਹ ਅਮਰਾਜ਼ ਰਹਿਮ यानी रहम के पट्ठे कमज़ोर हो जाना और ਉਹਦੇ ਨਾਲ सने यास ਦਾ ਹੋ ਜਾਣਾ। अच्छा, ऐसे लोग जिन्होंने कब्ज़ ज़्यादा रही, दायमी कब्ज़, क्योंकि अंतरियां ਜਿਹੜੀਆਂ ਨੇ ਉਹਨਾਂ ਦੀ अच्छी कारकर्दगी ਜਿਹੜੀ है वो जिसम ਨੂੰ 80% तंदुरुस्त रखती है। 80% 80% तक जिसम की तंदुरुस्ती का दारो मदार अंतरियां की कारकर्दगी ते
ਜਦੋਂ ਤੁਹਾਡੀਆਂ ਅੰਤੜੀਆਂ ਸਹੀ ਅਜ਼ਾ ਨੂੰ ਖੂਨ ਦੇ ਵਿੱਚ ਸ਼ਾਮਲ ਨਹੀਂ ਕਰਦੀਆਂ ਜਜ਼ਬ ਕਰਕੇ, ਗੰਦੇ ਅਜ਼ਾ ਵੀ ਖੂਨ 'ਚ ਸ਼ਾਮਲ ਹੋਣਾ ਸ਼ੁਰੂ ਹੋ ਜਾਂਦੇ ਨੇ, ਉਹ ਖੂਨ ਨੂੰ ਮੁਤਾਫਨ ਕਰ ਛੱਡਦੇ ਨੇ। ਖੂਨ ਦੇ ਅੰਦਰ ਗੰਦਗੀ ਪੈਦਾ ਹੋ ਜਾਂਦੀ ਹੈ ਔਰ ਉਹ ਗੰਦੇ ਅਜ਼ਾ ਜਿਹੜੇ ਨੇ ਉਹ ਤੁਹਾਡੇ ਜੋੜਾਂ ਦੇ ਵਿੱਚ। ਅੱਛਾ, ਜੋੜ ਜਿਹੜੇ ਸਾਡੇ ਨੇ ਇਹਨਾਂ ਦੇ ਅੰਦਰ ਇੱਕ ਖਾਸ ਕਿਸਮ ਦੀ ਅੱਲਾਹ ਤਾਲਾ ਨੇ ਲੂਬਰੀਕੇਸ਼ਨ ਪਾਈ ਹੈ। ਤੁਸੀਂ ਦੇਖਿਆ ਜਿਹਨੂੰ ਅਸੀਂ ਮਿਕ ਕਹਿੰਦੇ ਹਾਂ, ਮਿਕ, ਇਹਨਾਂ ਦਾ ਹਰਕਤ ਹੁੰਦੀ ਹੈ। ਜਦੋਂ ਉਹ ਮਿਕ ਖੁਸ਼ਕ ਹੋਣਾ ਸ਼ੁਰੂ ਹੁੰਦੀ ਹੈ ਜਾਂ ਉਹਦੇ ਅੰਦਰ ਗੰਦਗੀ ਆ ਜਾਂਦੀ ਹੈ ਤੇ ਫਿਰ ਕੀ ਹੁੰਦਾ, ਉਹ ਝਿੱਲੀਆਂ ਖੁਸ਼ਕ ਹੋ ਜਾਂਦੀਆਂ ਨੇ, ਜੋੜਾਂ ਦੀ ਮੂਵਮੈਂਟ, ਜੋੜਾਂ ਦੀ ਹਰਕਤ ਜਿਹੜੀ ਹੈ ਦਰਦ ਸ਼ੁਰੂ ਹੁੰਦੀ ਹੈ, ਉਹ ਖਰਾਬ ਹੋ ਜਾਂਦੀ ਹੈ। ਤਹਿਕੀਕ ਦੇਖੀਏ ਹਕੀਮ ਸਾਹਿਬ ਦੀ। ਠੀਕ ਹੈ ਜੀ। ਅੱਛਾ, ਇਹਦੇ 'ਚ ਜਦੋਂ ਅਸੀਂ ਇਹਦਾ ਇਲਾਜ ਕਰਨੇ ਆ, ਸਭ ਤੋਂ ਪਹਿਲੇ 2-3 ਇਹਦੇ ਟੈਸਟ ਬੜੇ ਜ਼ਰੂਰੀ ਹੁੰਦੇ ਨੇ। ਅੱਛਾ, ਸਭ ਤੋਂ ਪਹਿਲੇ ESR, ਜਿਹੜਾ ਕਿ ਮਰਦਾਂ ਦੇ ਵਿੱਚ 1 ਤੋਂ ਲੈ ਕੇ 13 ਤੱਕ ਔਰ ਖਵਾਤੀਨ ਦੇ ਵਿੱਚ 1 ਤੋਂ ਲੈ ਕੇ 20 ਤੱਕ ਹੁੰਦਾ ਹੈ। ਜਿੱਥੇ ਵੀ ਜੋੜਾਂ ਦੇ ਦਰਦ ਹੋਣ, ਜੋੜਾਂ ਦਾ ਦਰਦ ਹੋਏਗਾ, ਉੱਥੇ ESR ਲਾਜ਼ਮੀ ਜ਼ਿਆਦਾ ਹੋਏਗਾ। ਠੀਕ ਹੈ ਜੀ। ਇਹਦੇ ਨਾਲ ਅਸੀਂ ਯੂਰਿਕ ਐਸਿਡ ਚੈੱਕ ਕਰਾਂਗੇ, ਜਿਹੜਾ ਕਿ ਮਰਦਾਂ ਦੇ ਵਿੱਚ 2.1 ਤੋਂ ਲੈ ਕੇ 8 ਤੱਕ ਔਰ ਖਵਾਤੀਨ ਦੇ ਵਿੱਚ 2 ਤੋਂ ਲੈ ਕੇ 7 ਤੱਕ ਇਹਦੀ ਨਾਰਮਲ ਮਿਕਦਾਰ ਹੁੰਦੀ ਹੈ। ਠੀਕ ਹੈ ਜੀ। ਤੀਸਰਾ ਆ ਜਾਂਦਾ ਹੈ HB ਲੈਵਲ, ਹੈਮੋਗਲੋਬਨ। ਜਦੋਂ ਖੂਨ ਦੇ ਅੰਦਰ ਹੈਮੋਗਲੋਬਨ ਘਟਦੀ ਹੈ, ਕਮ ਹੁੰਦੀ ਹੈ, ਤੇ ਉਹਦੇ ਨਾਲ ਇਹ ਹੁੰਦਾ ਖੂਨ ਦੇ ਅੰਦਰ ਆਕਸੀਜਨ ਘਟ ਜਾਂਦੀ ਹੈ। ਆਕਸੀਜਨ ਜਿਹੜੀ ਹੈ ਉਹ ਖੂਨ ਨੂੰ ਸਾਫ਼ ਰੱਖਦੀ ਹੈ, ਤਾਜ਼ਾ ਰੱਖਦੀ ਹੈ, ਖੂਨ ਦੀ ਸਰਕੂਲੇਸ਼ਨ ਨੂੰ ਪ੍ਰੋਪਰ ਰੱਖਦੀ ਹੈ। ਠੀਕ ਹੈ ਜੀ। ਜਦੋਂ ਹੈਮੋਗਲੋਬਨ ਦਾ ਰੇਸ਼ੋ ਘਟਦੀ ਹੈ, ਉਹਦੀ ਵਜ੍ਹਾ ਨਾਲ ਵੀ ਜਿਸਮ ਦੇ ਅੰਦਰ ਖੂਨ ਦੀ ਜਿਹੜੀ ਸਹੀ ਪ੍ਰੋਪਰ ਸਰਕੂਲੇਸ਼ਨ ਜਾਂ ਵਰਕਿੰਗ ਜਿਹੜੀ ਉਹ ਘਟ ਜਾਂਦੀ ਹੈ। ਉਹਦੇ ਵਜ੍ਹਾ ਨਾਲ ਵੀ ਜੋੜਾਂ ਦੇ ਅੰਦਰ ਦਰਦ ਔਰ ਤਫਨ ਪੈਦਾ ਹੋ ਜਾਂਦਾ ਹੈ। ਠੀਕ ਹੈ ਜੀ। ਇਹਦੇ 'ਚ ਅਸੀਂ ਦੇ ਘਰ ਦੇ ਵਿੱਚ, ਕਿਉਂਕਿ ਸਾਡੇ ਜ਼ਿਆਦਾ ਨਾਜ਼ਰੀਨ ਜਿਹੜੇ ਨੇ ਉਹ ਫੈਮਲੀਜ਼ ਹੁੰਦੀਆਂ ਨੇ, ਤੁਸੀਂ ਉਹਦੇ 'ਚ ਦੱਸਾਂਗੇ ਕਿ ਐਸੀਆਂ ਖਵਾਤੀਨ ਜਿਨ੍ਹਾਂ ਦਾ ਮਾਮਲਾ ਅਮਰਾਜ਼ ਰਹਿਮ ਦੇ ਨਾਲ ਹੁੰਦਾ ਜੇ, ਮਹਿਵਾਰੀ ਦੀ ਬੰਦਸ਼ ਦੀ ਵਜ੍ਹਾ ਨਾਲ ਹੋ ਰਿਹਾ ਹੈ ਜਾਂ ਸਨੇਯਾਸ ਦੀ ਵਜ੍ਹਾ ਨਾਲ ਹੋ ਰਿਹਾ ਹੈ, ਇੱਕ ਆਮ ਪੌਦਾ ਸੰਭਾਲੂ ਹੈ। ਸੰਭਾਲੂ ਇਹਦਾ ਨਾਂ ਹੈ ਪੌਦੇ ਦਾ? ਪੌਦਾ ਇੱਕ ਜੜੀ ਬੂਟੀ ਸੰਭਾਲੂ। हाँ, ਸੰਭਾਲੂ ਪਹਿਲੀ ਵਾਰ किस किस्म का होता है? ਇਹਦੇ ਲੰਬੇ ਲੰਬੇ ਜਿਹੇ ਪੱਤੇ ਹੁੰਦੇ ਨੇ, ਬੜੇ ਬਰੀਕ ਬਰੀਕ ਖੂਬਸੂਰਤ। ਇਹਦਾ ਕੋਈ ਹੋਰ ਨਾਂ ਨਹੀਂ? ਸੰਭਾਲੂ ਇੱਕ ਆਮ ਬੜਾ ਮਸ਼ਹੂਰ ਨਾਮ ਹੈ। ਸੰਭਾਲੂ ਨਾਂ ਪੌਦਾ ਯਾਦ ਰੱਖਣਾ। ਠੀਕ ਹੈ ਜੀ। ਇਹਦੇ ਫੁੱਲ ਲੈ ਕੇ ਅੱਛਾ, ਤੇ ਉਹਦਾ ਤੁਸੀਂ 1 ਚਮਚ ਸਵੇਰ ਤੇ 1 ਚਮਚ ਸ਼ਾਮ ਨੂੰ ਪਾਣੀ 'ਚ ਪਕਾ ਕੇ ਸਿਰਫ ਉਹ ਕਵਾ ਪੀਣਾ। ਅੱਛਾ, ਉਹਦੇ ਨਾਲ ਉਹਦਾ ਇਹ ਹੋਏਗਾ ਕਿ ਅਗਰ ਕੋਈ ਹਾਰਮੋਨਲ ਡਿਸਟਰਬੈਂਸ ਹੈ ਜਾਂ ਪੱਠਿਆਂ ਦੀ ਕਮਜ਼ੋਰੀ ਹੈ, ਰਹਿਮ ਦੇ ਪੱਠਿਆਂ ਦੇ ਜਿਹੜੇ ਖਵਾਤੀਨ ਦੇ ਮਾਮਲਾਤ ਨੇ, ਉਹਦੀ ਇਨਸ਼ਾਅੱਲਾ ਇਹਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ। ਅੱਛਾ, ਇੱਕ ਗੁਰਦਾ ਬੂਟੀ ਹੁੰਦੀ ਹੈ, ਉਹ ਹੈ ਵੇ? ਇਹਦਾ ਕੋਈ ਤਿੱਬੀ ਨਾਮ ਦੱਸੋ ਨਾ ਜੀ। ਨਹੀਂ, ਗੁਰਦਾ ਬੂਟੀ ਉਹਨੂੰ ਕਹਿੰਦੇ ਨੇ। ਇੱਕ ਮਤਲਬ ਜਿਸ ਤਰ੍ਹਾਂ ਆਲੂ ਹੁੰਦਾ ਜੇ ਨਾ, ਜੀ ਜੀ, ਇਸ ਟਾਈਪ ਹੁੰਦੇ ਬੂਟਿਆਂ 'ਚ ਹੀ ਹੁੰਦੀ ਹੈ। ਤੇ मशरूम्स नहीं होंगे? हाँ, नहीं मशरूम उनको नहीं कहते। गुर्दा बूटी वाकई होंदी है। मतलब किसी ने गुर्दे की तकलीफ है ना, तो वो अगर गुर्दा बूटी जी है ना, ਉਹਨੂੰ ਬਣਾ ਕੇ ਦੇਸੀ ਘਿਓ ਦੇ ਵਿੱਚ ਬਣਾਉਂਦੇ ਨੇ ਉਹਨੂੰ, ਪਿਆਜ਼ ਅਦਰਕ ਪਾ ਕੇ ਤੇ ਉਹ ਬੜਾ ਕਰਕੇ ਤੇ ਉਹਨੂੰ ਖਵਾਉਂਦੇ ਨੇ। ਉਹ ਹੈ ਬੜੀ ਕੋੜੀ ਹੁੰਦੀ ਹੈ। अच्छा, ਕੋਈ ਹੋਰ ਨਾ ਹੋਵੇ। रिसर्च करेंगे। ਮੇਰੀ ਅੰਮੀ ਨੇ ਮੈਨੂੰ ਖਵਾਈ ਸੀ, ਵਾਕਈ ਮੈਨੂੰ ਹੈ ਸੀ ਨਾ ਚੀਜ਼। ਮੁxtਲਫ ਜੜੀ ਬੂਟੀਆਂ ਦੇ ਇਲਾਕਾਈ ਆਪਣੇ ਆਪਣੇ ਨਾਮ ਹੀ ਨੇ, ਆਪਣੇ ਆਪਣੇ ਨਾਮ ਨੇ। ਠੀਕ ਹੈ ਜੀ। ਹਾਂ, ਜਿਸ ਤਰ੍ਹਾਂ ਸਨਾਮ ਮੱਕੀ ਹੈ, ਇੱਕ ਪੌਦਾ ਜਿਹੜਾ ਕਿ ਸਾਊਦੀ ਅਰਬ 'ਚ ਬਹੁਤ ਜ਼ਿਆਦਾ ਹੁੰਦਾ ਹੈ। ਲੋਕ ਉੱਥੇ ਜਾਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਤੁਸੀਂ ਇਹਦੇ ਫੁੱਲ ਖਾਓ, ਤੁਸੀਂ ਠੀਕ ਹੋ ਜਾਓਗੇ। ਉਹ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਅੱਛੀ ਹੁੰਦੀ ਹੈ। ਲੇਕਿਨ ਉਹਦਾ ਉੱਥੇ ਨਾਮ ਕੋਈ ਹੋਰ ਹੈ, ਇੱਥੇ ਕੁਝ ਹੋਰ। ਕਿਉਂਕਿ ਅਰਬੀ ਫਾਰਸੀ ਜਿਹੜੇ ਤਿਬ 'ਚ ਨਾਮ ਇਸਤੇਮਾਲ ਹੁੰਦੇ ਨੇ, ਉਹਦੇ ਇੱਕ ਚੀਜ਼ ਜੜੀ ਬੂਟੀ ਦੇ ਨਾਮ ਕਈ ਹੁੰਦੇ ਨੇ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਸੁੰਡ ਹੈ, ਅਦਰਕ ਹੈ, ਜਿੰਜਰ ਹੈ। ਠੀਕ ਹੈ ਜੀ। ਹਾਂਜੀ, ਉਹਦੇ ਮੁxtਲਫ ਨਾਮ ਨੇ। ਅੱਛਾ, ਇਹਦਾ ਇਲਾਜ ਜ਼ਰਾ ਦੱਸ ਦਿਓ, ਬ੍ਰੇਕ ਦਾ ਵੇਲਾ ਹੋ ਗਿਆ। ਇਹਦਾ ਇਲਾਜ ਜਿਹੜਾ ਹੈ ਜੀ, ਐਸੇ ਲੋਕ ਜਿਨ੍ਹਾਂ ਦਾ ਗਲਬਾ ਹੈ ਸੌਦਾ ਦੀ ਵਜ੍ਹਾ ਨਾਲ, ਕਿਉਂਕਿ ਅਸੀਂ ਅਕਸਰ ਆਪਣੇ ਪ੍ਰੋਗਰਾਮਾਂ ਜ਼ਿਕਰ ਕਰਨੇ ਆ ਕਿ ਸੌਦਾ, ਸੁਫਰਾ, ਬਲਗਮ ਤੇ ਖੂਨ, ਜੋੜਾਂ ਦੇ ਦਰਦ ਦੀ ਇੱਕ ਵਜ੍ਹਾ ਇਹ ਵੀ ਹੈ ਜੇ ਕਿ ਕੋਈ ਖਲਤ ਜਿਹੜਾ ਉਹਦੇ 'ਚ ਕਮੀ ਜਾਂ ਜ਼ਿਆਦਤੀ ਹੋ ਜਾਏ। ਠੀਕ ਹੈ। ਉਹਨਾਂ ਦਾ ਤਵਾਜ਼ਨ ਨਾ ਰਵੇ, ਤੇ ਉਹਦੇ 'ਚ ਅਗਰ ਤੇ ਜ਼ਿਆਦਾਤਰ ਜੋੜਾਂ ਦਾ ਦਰਦ ਸੌਦਾ ਦੀ ਜ਼ਿਆਦਤੀ ਦੀ ਵਜ੍ਹਾ ਨਾਲ ਹੁੰਦਾ ਤੇ ਉਹਦੇ ਵਾਸਤੇ ਬੜਾ ਆਸਾਨ ਘਰੇਲੂ ਇੱਕ ਤਰਕੀਬ ਜੇ ਗਲੋ ਲਿਖ ਲਓ ਜੀ। ਜੀ, ਸੁੰਡ, ਗਲੋ ਤੇ ਸੁੰਡ। ਗਲੋ ਇੱਕ ਬੇਲ ਹੁੰਦੀ, ਘਰਾਂ 'ਚ ਆਮ ਲੱਗੀ ਹੁੰਦੀ। ਠੀਕ ਹੈ। ਤੇ ਸੁੰਡ, ਅਦਰਕ ਜਿਹਨੂੰ ਖੁਸ਼ਕ ਕੀਤੀ ਹੁੰਦੀ ਹੈ। ਹਾਂਜੀ। ਇਹ ਦੋਨੋਂ ਹਮ ਵਜ਼ਨ ਪੀ ਕੇ ਘਰ ਰੱਖੋ ਤੇ 2-2 ਮਾਸ਼ੇ ਸੁਬਹ ਸ਼ਾਮ ਪਾਣੀ ਦੇ ਨਾਲ, ਗਰਮ ਪਾਣੀ ਦੇ ਨਾਲ ਖਾਣਾ ਖਾਣ ਤੋਂ ਬਾਅਦ ਲੈ ਲਵੋ। ਔਰ ਚੁਟਕੀ ਜੀ, ਇੱਕ ਯਾਨੀ ਕਿ ਕੋਈ ਅੱਧੀ ਚਮਚ ਹੋ ਜਾਏ, ਛੋਟੀ ਵਾਲੀ ਚਮਚ, ਪੀਸ ਕੇ ਰੱਖ ਲਓ। ਇਹਦੇ ਨਾਲ ਹਰਮਲ, ਲੌਂਗ, ਜਾਇਫਲ ਤੇ ਸੁੰਡ ਤੇ ਅਕਰਕਰਾ, ਇਹ 5 ਚੀਜ਼ਾਂ ਨੂੰ ਤੁਸੀਂ ਤਿਲਾਂ ਦੇ ਤੇਲ 'ਚ ਪਕਾ ਕੇ, ਠੀਕ ਹੈ ਜੀ, ਜਦੋਂ ਸਾਰੀਆਂ ਚੀਜ਼ਾਂ ਸੜ ਜਾਣ, ਸਿਰਫ ਤੇਲ ਰਹਿ ਜਾਏ,
ਤੇ ਉਸ ਤੇਲ ਦੇ ਨਾਲ ਜਿਹੜੇ ਜਿਹੜੇ ਤੁਹਾਡੇ ਜੋੜ ਨੇ, ਜੋੜਾਂ 'ਚ ਦਰਦ ਹੈ, ਉਹ ਗੋਡਾ ਹੈ, ਉਹ ਗਿੱਟਾ ਹੈ, ਠੀਕ ਹੈ ਜੀ, ਉਹਦੇ ਤੁਸੀਂ ਅਗਰ ਉਹਦੇ ਤੇ ਉਹਦੀ ਹਲਕਾ ਜਿਹਾ ਮਾਲਿਸ਼ ਕਰਕੇ ਉਹਦੇ ਤੇ ਗਰਮ ਰੂਈ यानी उसी टकोर कर गरम पट्टी बांध लो। चीज़ों के नाम एक दफ़ा फिर रिपीट कर दें। हरमल, लौंग, जायफल, सुंड और अकरकरा, ਇਹ 5 ਚੀਜ਼ਾਂ ਨੇ। ਇਹਨਾਂ ਨੂੰ ਅਸੀਂ ਮਤਲਬ ਹੈ ਕਿ ਇਹਦਾ ਆਸਾਨ ਤਰੀਕਾ ਹੁੰਦਾ ਕਿ ਅੱਧਾ ਕਿਲੋ ਪਾਣੀ 'ਚ 5-5 ਤੋਲੇ ਲੈ ਕੇ ਰਾਤ ਨੂੰ ਭਿਗੋ ਛੱਡੋ ਤਾਂ ਕਿ ਨਰਮ ਹੋ ਜਾਣ। ਸਵੇਰ ਇਹਨੂੰ ਪਾਣੀ ਅੱਛੀ ਤਰ੍ਹਾਂ ਪਕਾਓ। ਜਦੋਂ ਅੱਧਾ ਪਾਣੀ ਸੜ ਜਾਂਦਾ ਵਿੱਚ 10 ਤੋਲੇ ਤੇਲ ਪਾ ਲਵੋ, ਤਿਲਾਂ ਦਾ ਤੇਲ, ਉਹ ਫਿਰ ਜਲਾਓ। ਜਦੋਂ ਪਾਣੀ ਖਤਮ ਹੋ ਜਾਏ ਤੇ ਤੇਲ ਜਿਹੜਾ ਉਹ ਬਿਹਤਰੀਨ ਬਣ ਜਾਂਦਾ। अच्छा, इस तो पहले एक आसान फार्मूला है कि बेरी के पत्ते थोड़े जे लवो, 1 चम्मच नमक की लवो, पानी च पा के उस पानी को उबाल लवो। ठीक है। अच्छी तरीके जो 3-4 जोश आ जाते हैं जी जी, तो उस गर्म पानी नाल तुसी जोड़ां नूं धोवो, जोड़ां नूं टकोर करो, जेड़े जेड़े तुहाडे हल्के धार बढ़ा के पांदे रहो। मतलब अगर गिट्टा वगैरह है जे तो तुसी पैरां दे ओनू पैरां नूं पानी च रख सकते हो, वरना वैसे हल्का उहदे उत्ते वो करो। ਉਹਦੇ ਨਾਲ ਇਹ ਹੋਏਗਾ कि जोड़ फौरी तौर पर नरम हो जाएगा। जी जोड़ के अंदर सख्ती पाई जाती है वो फौरी तौर पर नरम हो जाएगा। अगर पूरा नहा लें उससे तो फिर कोई, लेकिन वो बेहतरी जिस तरह अजकल वाटर टब जोड़े है ने, बाथ टब जोड़े होंगे ने, तुम वो पा के बैठ जाओ तो फिर बहुत ज़्यादा फायदा है। थोड़े जिसम के मसाम खुल जाएंगे, पूरे जिसम में टकोर हो जाएगी। उस तो बाद फिर उन्होंने जोड़न तो वही तेल जो असीं जिक्र किया हुण उसकी मालिश करके, लेकिन ये शर्त है कि मालिश करो तो 1 घंटे तक हवा च नहीं जाना। परहेज भी है। हाँ जी, हवा च नहीं जाना। अगर तुम हवा च चले जाओगे तो तुम्हारी मर्ज ज़्यादा हो जाएगी, तुम्हारी बीमारी बढ़ जाएगी। अच्छा, इस पे मजीद फिर भी बात करेंगे किसी अगले शो में। जोड़ों के दर्द पे जी जी जी, मैं बुरा ना मनाना। हाँ जी, मतलब ਅਸੀਂ ਤੇ ਤੁਹਾਨੂੰ ਦਿਖਾ ਲੈਣੇ ਤੇ ਤੁਸੀਂ ਜਦੋਂ ਬਿਮਾਰ ਹੁੰਦੇ ਤੁਸੀਂ ਕਿਹਨੂੰ ਦਿਖਾਉਂਦੇ ਦੇਖੋ ਜੀ, ਮੈਂ ਬਦਲ ਪੁੱਛਣਾ ਚਾਹੀਦਾ। ਨਹੀਂ ਨਹੀਂ ਬਿਲਕੁਲ ਜੀ, ਅਸੀਂ ਵੀ ਸਾਡੇ ਜਿਹੜੇ ਸੀਨੀਅਰ ਹਕੀਮ ਨੇ ਅਸੀਂ ਉਹਨਾਂ ਨੂੰ ਵਿਖਾਉਂਦੇ ਆ। ਅਗਰ ਹਕੀਮ ਦੇ ਵੱਸ ਦੀ ਗੱਲ ਵੀ ਨਹੀਂ ਹੁੰਦੀ ਤੇ ਸਾਨੂੰ ਇਹਦੇ 'ਚ ਕੋਈ ਸ਼ਰਮਿੰਦਗੀ ਨਹੀਂ। ਅਸੀਂ ਡਾਕਟਰਾਂ ਕੋਲ ਵੀ ਜਾਂਦੇ ਆ, ਕਿਉਂਕਿ ਜਿਹੜਾ ਇਲਾਜ ਦੇਖੋ ਨਾ, ਕੁਝ ਬਿਮਾਰੀਆਂ ਨੇ ਜਿਨ੍ਹਾਂ ਦਾ ਇਲਾਜ ਐਲੋਪੈਥਿਕ 'ਚ ਉਹ ਐਲੋਪੈਥਿਕ ਹੀ ਹੈ, ਜਿਨ੍ਹਾਂ ਦਾ ਇਲਾਜ ਤਿਬ 'ਚ ਉਹਨਾਂ ਦਾ ਤਿਬ 'ਚ ਹੀ ਹੈ, और कईयां दा दोंद कोल है। बिल्कुल ਇਹਦੇ 'ਚ ਕੋਈ ਸ਼ਰਮਿੰਦਗੀ वाली गल ये नहीं। ऐसी चीजें हकीम साहब बता रहे हैं कि जो अगर आप अपनी डेली रूटीन में जैसे फल सब्जियां या जो ऐसे कह रहे हैं वो शामिल करेंगे तो आप इन प्रॉब्लम से बच सकते हैं। जी ब्रेक का वेला है जी, और हकीम साहब चले जाएंगे। ਤੁਹਾਡਾ बहुत बहुत शुक्रिया। और सारा जी साडे नाल ही ने, इन्हां नूं फिर आके मुबारक देने, ਅਸੀਂ मुबारक लेट करी जा रहे हैं। मुबारक लेट कर रहे हैं और इनकी खूबसूरत आवाज़ भी सुनेंगे। मिलते हैं ब्रेक के बाद, स्टे विद अस।